ਸੋ ਪਸ਼ੂ ਪਾਲਕ ਵੀਰੋ, ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਵਾਗਤ ਕਰਦੇ ਹਾਂ। ਅਸੀਂ ਅੱਜ ਤੁਹਾਡੇ ਨਾਲ ਭੇਡਾਂ ਬੱਕਰੀਆਂ ਤੇ ਉਹਨਾਂ ਦੇ ਪਰਜੀਵੀ ਰੋਗਾਂ ਦੀ ਰੋਕਥਾਮ ਬਾਰੇ ਥੋੜਾ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਾਂਗੇ। ਮੈਂ ਡਾਕਟਰ ਪਰਮਜੀਤ ਕੌਰ, ਸਹਿਯੋਗੀ ਪ੍ਰੋਫੈਸਰ ਪਸ਼ੂ ਪਰਜੀਵੀ ਵਿਗਿਆਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿਖੇ ਕੰਮ ਕਰਦੀ ਹਾਂ। ਸੋ ਭੇਡਾਂ ਅਤੇ ਬੱਕਰੀਆਂ ਜ਼ਿਆਦਾਤਰ ਉਹਨਾਂ ਪਸ਼ੂ ਪਾਲਕ ਵੀਰਾਂ ਦੁਆਰਾ ਪਾਲੀਆਂ ਜਾਂਦੀਆਂ ਹਨ ਜਿਨ੍ਹਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ ਜਾਂ ਜ਼ਮੀਨ ਬਹੁਤ ਘੱਟ ਹੈ। ਸੋ ਇਸ ਕਰਕੇ ਉਹਨਾਂ ਨੂੰ ਉਹ ਚਰਾਉਣ ਦੀ ਵਿਧੀ ਉੱਤੇ ਰੱਖਦੇ ਆ, ਘਰ ਰੱਖ ਕੇ ਨਹੀਂ ਪਾਲਦੇ, ਜਿਸ ਕਾਰਨ ਪਸ਼ੂਆਂ ਦੇ ਵਿੱਚ ਭੇਡਾਂ ਬੱਕਰੀਆਂ ਦੇ ਵਿੱਚ ਖਾਸ ਕਰ ਮੋਕ ਜਿਹੜੀ ਦਰਜ ਕੀਤੀ ਗਈ ਹੈ। ਪਹਿਲੇ ਨੰਬਰ ਦੀ ਕਾਰਕ ਹੈ ਮੌਤ ਛੋਟੀ ਉਮਰ ਦੇ ਜਾਨਵਰਾਂ 'ਚ। ਸੋ ਮੋਕ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਦੇ ਵਿੱਚੋਂ ਪਰਜੀਵੀ ਮੁੱਖ ਕਾਰਨ ਹੈ। ਪਰਜੀਵੀ ਕਈ ਤਰ੍ਹਾਂ ਦੇ ਹੁੰਦੇ ਹਨ, ਬਾਹਰੀ ਪਰਜੀਵੀ ਤੇ ਅੰਦਰੂਨੀ ਪਰਜੀਵੀ। ਬਾਹਰੀ ਪਰਜੀਵੀ ਜਿਨ੍ਹਾਂ ਦੇ ਵਿੱਚ ਗੋਲਾਕਾਰ ਮਲੱਪ, ਫਿੱਤਾਕ੍ਰਿਮੀ ਪਰਜੀਵੀ ਅਤੇ ਚਪਟੇ ਕੀੜੇ ਜਾਂ ਜਿਨ੍ਹਾਂ ਨੂੰ ਆਪਾਂ ਪੱਤਾਕਾਰ ਪਰਜੀਵੀ ਕਹਿੰਦੇ ਹਨ, ਉਹ ਆ ਜਾਂਦੇ ਹਨ। ਇਸ ਤੋਂ ਇਲਾਵਾ ਖੂਨੀ ਪਰਜੀਵੀ ਹੁੰਦੇ ਹਨ। ਤੀਸਰੀ ਕਿਸਮ ਦੇ ਜਿਹੜੇ ਪਰਜੀਵੀ ਨੇ ਉਹ ਪ੍ਰੋਟੋਜ਼ੋਆ ਹੁੰਦਾ ਹੈ, ਠੀਕ ਹੈ ਜੀ। ਉਸ ਤੋਂ ਇਲਾਵਾ ਆਪਣੇ ਬਾਹਰੀ ਪਰਜੀਵੀ ਜਿਨ੍ਹਾਂ ਦੇ ਵਿੱਚ ਚਮ, ਚਿੱਚੜ, ਜੂਆਂ, ਪਿੱਸੂ, ਮੱਖੀਆਂ, ਮੱਛਰ ਆਦਿ ਆਉਂਦੇ ਹਨ। ਹੁਣ ਬਾਹਰੀ ਪਰਜੀਵੀ ਜਿਹੜੇ ਹਨ ਉਹ ਸਾਨੂੰ ਅੱਖਾਂ ਨਾਲ ਦਿਖਾਈ ਦੇ ਜਾਂਦੇ ਹਨ, ਜਦ ਕਿ ਜਿਹੜੇ ਅੰਦਰੂਨੀ ਪਰਜੀਵੀ ਆ ਉਹ ਸਾਨੂੰ ਨਹੀਂ ਦਿਖਾਈ ਦਿੰਦੇ। ਅੰਦਰੂਨੀ ਪਰਜੀਵੀ ਦੀਆਂ ਜਿਵੇਂ ਕਿ ਮੈਂ ਤੁਹਾਨੂੰ ਕਿਸਮਾਂ ਦੱਸੀਆਂ ਹਨ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਪਰਜੀਵੀ ਆ ਉਹ ਆਂਤੜੀਆਂ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਕਈ ਪਰਜੀਵੀ ਫੇਫੜਿਆਂ ਦੇ ਵਿੱਚ ਜਾਂ ਜਿਗਰ ਦੇ ਵਿੱਚ ਪਾਏ ਜਾਂਦੇ ਹਨ ਅਤੇ ਕੁਝ ਪਰਜੀਵੀ ਹਨ ਜਿਹੜੇ ਖੂਨ ਦੇ ਵਿੱਚ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਖੂਨੀ ਪਰਜੀਵੀ ਕਹਿੰਦੇ ਹਨ। ਹੁਣ ਜਿਹੜੇ ਜ਼ਿਆਦਾਤਰ ਆਂਤੜੀਆਂ ਦੇ ਪਰਜੀਵੀ ਹਨ ਉਹਨਾਂ ਦੇ ਵਿੱਚ ਆਪਣੇ ਗੋਲਾਕਾਰ ਮਲੱਪ ਹੋ ਗਏ, ਠੀਕ ਹੈ। ਇਹਨਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਜਿਹੜੇ ਸਾਈਜ਼ ਤੋਂ ਵੀ ਪਤਾ ਲੱਗ ਜਾਂਦਾ, ਕੁਝ ਸਾਈਜ਼ ਵੱਡੇ ਸਾਈਜ਼ ਦੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਸਟਰੋਂਗਾਈਲ ਟਾਈਪ ਦੇ ਪੈਰਾਸਾਈਟ ਕਹਿ ਦਿੰਦੇ ਹਾਂ, ਪਰਜੀਵੀ ਕਹਿ ਦਿੰਦੇ ਹਾਂ, ਜਾਂ ਕੁਝ ਜਿਹੜੇ ਹੁੰਦੇ ਹੈਗੇ ਆ ਛੋਟੇ ਹੁੰਦੇ ਆ। ਸੋ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਛੋਟੇ ਜਿਹੜੇ ਪਰਜੀਵੀ ਆ ਜਿਨ੍ਹਾਂ ਨੂੰ ਸਟਰੋਂਗਾਈਲ ਟਾਈਪ, ਇਹਨਾਂ ਦੀ ਵੀ ਅੱਗੇ ਫਰਦਰ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਹੁੰਦੀਆਂ ਹਨ। ਸੋ ਜਿਸ ਕਾਰਨ ਜਿਹੜਾ ਇਹਨਾਂ ਦੇ ਵਿੱਚ ਲੱਛਣ ਹੈ, ਕਿਉਂਕਿ ਆਂਤੜੀਆਂ 'ਚ ਰਹਿੰਦੇ ਹਨ ਤਾਂ ਮੋਖ ਹੀ ਲੱਗਦੀ ਆ, ਠੀਕ ਹੈ। ਛੋਟੇ ਕੱਟੜੂਆਂ ਬਛੜੂਆਂ ਦੇ ਵਿੱਚ ਜ਼ਿਆਦਾ ਲੱਗਦੀ ਹੈ, ਜਦ ਕਿ ਜਿਹੜੇ ਵੱਡੇ ਬੱਕਰੀਆਂ ਜਾਂ ਜਿਹੜੇ ਭੇਡਾਂ ਆ ਉਹ ਸਿਰਫ ਉਹਨਾਂ ਦੇ ਵਿੱਚ ਉਤਪਾਦਨ ਦੇ ਵਿੱਚ ਕਮੀ ਆਉਂਦੀ ਹੈ, ਦੁੱਧ ਦੀ ਪੈਦਾਵਾਰ ਘੱਟ ਹੁੰਦੀ ਹੈ, ਮਾਸ ਦੀ ਕਮੀ ਹੁੰਦੀ ਹੈ, ਉੱਨ ਦੀ ਕਮੀ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਕੋਈ ਲੱਛਣ ਨਹੀਂ ਦਿੰਦੇ, ਜਦ ਕਿ ਉਹ ਜਿਹੜੇ ਹੈਗੇ ਨੇ ਵੱਡੇ ਜਾਨਵਰ ਛੋਟੇ ਜਾਨਵਰਾਂ ਲਈ ਬਿਮਾਰੀ ਦਾ ਮੁੱਖ ਸਰੋਤ ਬਣਦੇ ਹਨ। ਇਸ ਤੋਂ ਇਲਾਵਾ ਆਪਣੇ ਜਿਗਰ ਦੇ ਪਰਜੀਵੀ ਹੁੰਦੇ ਆ ਜਿਸ ਨੂੰ ਅਸੀਂ ਫੈਸ਼ੀਓਲੋਸਿਸ ਕਹਿ ਦਿੰਦੇ ਹਾਂ, ਜਾਂ ਆਪਣੇ ਪੇਟੀ ਦੇ ਕੀੜੇ ਹੁੰਦੇ ਹਨ। ਇਹ ਵੀ ਭੇਡਾਂ ਅਤੇ ਬੱਕਰੀਆਂ ਦੇ ਵਿੱਚ ਆਮ ਪਾਏ ਜਾਂਦੇ ਹਨ, ਪਰ ਇਹ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਪੱਤਾਕਾਰੀ ਪਰਜੀਵੀ, ਇਹ ਦੇਖਿਆ ਗਿਆ ਹੈ ਕਿ ਇਹਨਾਂ ਦੇ ਲਾਈਫ ਸਾਈਕਲ ਨੂੰ ਪੂਰਾ ਕਰਨ ਨੂੰ, ਜਿਸ ਨੂੰ ਅਸੀਂ ਜੀਵਨ ਚੱਕਰ ਕਾਲ ਕਹਿ ਦਿੰਦੇ ਹਾਂ, ਪੂਰਾ ਕਰਨ ਲਈ ਘੋਗਿਆਂ ਦੀ ਜ਼ਰੂਰਤ ਪੈਂਦੀ ਹੈ। ਸੋ ਇਸ ਕਰਕੇ ਜਿਹੜੇ ਭੇਡਾਂ ਬੱਕਰੀਆਂ ਜਾਂ ਜਿਹੜੇ ਆਪਣੇ ਪਸ਼ੂ ਪਾਲਕ ਵੀਰ ਆਪਣੇ ਪਸ਼ੂਆਂ ਨੂੰ ਨੀਵੀਆਂ ਟੋਭੇ 'ਚ ਬੱਚਿਆਂ ਜਾਂ ਨਹਿਰਾਂ ਦੇ ਕੰਢੇ ਚਰਾਉਣ ਲੈ ਕੇ ਜਾਂਦੇ ਆ, ਜਿੱਥੇ ਘੋਗੇ ਆਮ ਰਹਿੰਦੇ ਹਨ। ਸੋ ਉੱਥੋਂ ਜੇਕਰ ਕੋਈ ਗੰਦਾ ਖੁਰਾਕ ਪਾਣੀ ਇਸ ਆਂਡਿਆਂ ਦੇ ਨਾਲ ਪ੍ਰਦੂਸ਼ਿਤ ਜਿਹੜੇ ਹੈਗੇ ਆ ਘੋਗਿਆਂ ਰਾਹੀਂ ਜਿਹੜੀ ਫੈਲਣ ਵਾਲੀ ਬਿਮਾਰੀ ਹੈ, ਉਹ ਜਦੋਂ ਖਾਂਦੇ ਆ ਤਾਂ ਇਸ ਕਰਕੇ ਉਹ ਫਿਰ ਜਿਹੜਾ ਹੈਗਾ ਵਾ ਆਪਣਾ ਇੱਕ ਪਸ਼ੂ ਤੋਂ ਬਿਮਾਰੀ ਦੂਜੇ ਪਸ਼ੂ ਨੂੰ ਇਸ ਘੋਗਿਆਂ ਵਾਲੀ ਰਹਿਣ ਵਾਲੀ ਥਾਂ ਤੋਂ ਪੀਤੇ ਪਾਣੀ ਰਾਹੀਂ ਹੀ ਫੈਲਦੀ ਹੈ, ਠੀਕ ਹੈ ਜੀ। ਔਰ ਤੀਸਰੇ ਜਿਹੜੇ ਪਰਜੀਵੀ ਹੈਗੇ ਨੇ ਪ੍ਰੋਟੋਜ਼ੋਆ, ਜਿਹਦੇ ਵਿੱਚ ਅਸੀਂ ਜਿਵੇਂ ਪੋਲਟਰੀ ਦੇ ਵਿੱਚ ਸੁਣਿਆ ਹੁੰਦਾ, ਹਰ ਇੱਕ ਨੂੰ ਪਤਾ ਹੈ ਜੀ ਕਾਕਸੀ ਦੀ ਬਿਮਾਰੀ। ਉਸੇ ਤਰ੍ਹਾਂ ਹੀ ਜਿਹੜੀ ਕਾਕਸੀ ਦੀ ਬਿਮਾਰੀ ਹੈਗੀ ਆ ਉਹ ਭੇਡਾਂ ਦੇ ਜਿਹੜੇ ਛੋਟੇ ਛੇਲੇ ਮੇਮਣੇ ਅਤੇ ਭੇਡਾਂ ਦੇ ਬੱਚੇ ਆ ਉਹਨਾਂ ਦੇ ਵਿੱਚ ਆਮ ਹੁੰਦੀ ਹੈ। ਸੋ ਇਹਨਾਂ ਸਾਰੀਆਂ ਜਿਹੜੀਆਂ ਵੀ ਆਂਤੜੀ ਦੀਆਂ, ਚਾਹੇ ਗੋਲਾਕਾਰ ਪਰਜੀਵੀ ਆ, ਚਾਹੇ ਪੱਤਾਕਾਰ ਪਰਜੀਵੀ ਆ, ਚਾਹੇ ਚਪਟੇ ਕੀੜੇ ਆ ਜਿਨ੍ਹਾਂ ਦੇ ਵਿੱਚ ਮੋਨੀਜ਼ੀਆ ਹੁੰਦਾ ਆ, ਸਟਾਈਲੀਸ਼ੀਆ ਹੁੰਦਾ, ਦੇਖਣ ਨੂੰ ਇਹ ਫੀਤੇ ਵਰਗੇ ਆ, ਨਾਮ ਤੋਂ ਹੀ ਪਤਾ ਲੱਗਦਾ ਹੈ ਫਿੱਤਾਕ੍ਰਿਮੀ ਪਰਜੀਵੀ। ਸੋ ਇਹ ਜ਼ਿਆਦਾਤਰ ਸਾਰੇ ਹੀ ਆਂਤੜੀਆਂ ਵਿੱਚ ਰਹਿੰਦੇ ਹਨ। ਸੋ ਆਂਤੜੀਆਂ ਦੇ ਵਿੱਚ ਰਹਿਣ ਕਰਕੇ ਪਸ਼ੂਆਂ ਦੇ ਵਿੱਚ ਜਿਹੜੇ ਛੋਟੇ ਉਮਰ ਦੇ ਬੱਚੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਮੋਕ ਦੀ ਪ੍ਰੋਬਲਮ ਆਉਂਦੀ ਹੈ। ਸਾਰੇ ਜੇ ਪਰਜੀਵੀਆਂ ਨੂੰ ਅਸੀਂ ਇਕੱਠਾ ਕਰਕੇ ਦੇਖੀਏ, ਜਿੰਨੇ ਵੀ ਆਂਤੜੀਆਂ ਦੇ ਪਰਜੀਵੀ ਆ ਜਿਨ੍ਹਾਂ ਕਾਰਨ ਮੋਕ ਲੱਗਦੀ ਆ, ਉਹਨਾਂ ਦੇ ਮੁੱਖ ਲੱਛਣ ਕੀ ਹੁੰਦੇ ਹਨ? ਜਵਾੜੇ ਦੇ ਹੇਠਾਂ ਸੋ ਜਾਣੀ, ਖੂਨ ਦੀ ਕਮੀ ਹੋਣੀ, ਭਾਰ ਦਾ ਘਟਣਾ, ਮੋਕ ਕਈ ਤਰ੍ਹਾਂ ਦੀ ਹੋ ਸਕਦੀ ਹੈ, ਬਦਬੂਦਾਰ ਮੋਕ ਹੋ ਸਕਦੀ ਹੈ, ਜਾਂ ਮੋਕ ਦੇ ਵਿੱਚ ਕਈ ਵਾਰੀ ਖੂਨ ਆ ਸਕਦਾ ਹੈ। ਉਸ ਤੋਂ ਇਲਾਵਾ ਪਤਲਾਪਨ,
ਫਿਰ ਹੌਲੀ ਹੌਲੀ ਪਸ਼ੂ ਜਿਹੜਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਪਸ਼ੂ ਦੇ ਪਿਛਲੇ ਪਾਸੇ ਪੂਛ ਦੇ ਥੱਲੇ ਵਾਲਾ ਪਾਸਾ ਜਿਹੜਾ ਹੈਗਾ ਵਾ ਉਹ ਹਮੇਸ਼ਾ ਗੋਹੇ ਦੇ ਨਾਲ ਜਾਂ ਮੂਕ ਦੇ ਨਾਲ ਗੰਧਲਾਪਨ ਉਹਦੇ ਵਿੱਚ ਰਹਿੰਦਾ, ਸਾਫ਼ ਸੁਥਰਾ ਨਹੀਂ ਹੁੰਦਾ, ਕਈ ਵਾਰੀ ਬਦਬੂ ਵੀ ਆਉਂਦੀ ਹੈ। ਸੋ ਜਿਸ ਕਰਕੇ ਜਿਹੜੀ ਹੈਗੀ ਆ ਜੇਕਰ ਲਗਾਤਾਰ ਮੋਕ ਲੱਗੀ ਰਵੇ ਤਾਂ ਜਿਹੜੇ ਜਾਨਵਰ ਆ ਉਹਨਾਂ ਦੀ ਮੋਕ ਲੱਗਣ ਤੋਂ ਬਾਅਦ ਪਾਣੀ ਦੀ ਕਮੀ ਕਾਰਨ ਜਿਹੜੀ ਹੈਗੀ ਆ ਮੌਤ ਹੋ ਸਕਦੀ ਆ। ਸੋ ਜੇਕਰ ਅਸੀਂ ਇਹਨਾਂ ਬਿਮਾਰੀਆਂ ਨੂੰ ਅਣਗੌਲਿਆ ਕਰਦੇ ਹਾਂ ਤਾਂ ਇਹ ਅਸੀਂ ਕਾਫੀ ਨੁਕਸਾਨ ਜਿਹੜਾ ਹੈਗਾ ਵਾ ਪਸ਼ੂ ਪਾਲਕ ਵੀਰਾਂ ਦਾ ਹੋ ਸਕਦਾ ਹੈ। ਤੇ ਦੂਸਰੇ ਜਿਹੜੇ ਹੈਗੇ ਨੇ ਪਰਜੀਵੀ, ਕੁਝ ਇਹੋ ਜਿਹੇ ਪਰਜੀਵੀ ਨੇ ਜਿਹੜੇ ਭੇਡਾਂ ਬੱਕਰੀਆਂ ਨੂੰ ਆਪਣੇ ਮਤਲਬ ਸਿੱਧੇ ਤੌਰ ਤੇ ਨਹੀਂ ਫੈਲਦੇ, ਗੰਦੀ ਖੁਰਾਕ ਜਾਂ ਉਹਦੇ ਨਾਲ ਪਾਣੀ ਨਾਲ ਨਹੀਂ ਫੈਲਦੇ, ਬਲਕਿ ਚਿੱਚੜ, ਮੱਖੀਆਂ, ਮੱਛਰਾਂ ਦੇ ਕੱਟਣ ਨਾਲ ਫੈਲਦੇ ਹਨ। ਜਦ ਕਿ ਇਹ ਬਿਮਾਰੀਆਂ ਜਿਹੜੀਆਂ ਹੈਗੀਆਂ ਜੇਕਰ ਅਸੀਂ ਦੇਖੀਏ ਮੱਝਾਂ ਜਾਂ ਗਾਵਾਂ ਦੇ ਮੁਕਾਬਲੇ 'ਚ ਭੇਡਾਂ ਬੱਕਰੀਆਂ ਦੇ ਵਿੱਚ ਜਿਵੇਂ ਕਨੇਡੂ ਰੋਗ ਹੋ ਗਿਆ, ਲਹੂ ਮੂਤਨੀ ਬਿਮਾਰੀ ਹੋ ਗਈ, ਇਸ ਤੋਂ ਇਲਾਵਾ ਸਰਾ ਰੋਗ ਹੋ ਗਿਆ, ਇਹ ਤੇ ਆਪਣੇ ਜਿਹੜਾ ਹੈਗਾ ਪੀਲੀਆ ਰੋਗ ਹੋ ਗਿਆ। ਇਹਨਾਂ ਦੇ ਵਿੱਚੋਂ ਪੀਲੀਆ ਰੋਗ ਹੁੰਦਾ ਹੈਗਾ ਭੇਡਾਂ ਬੱਕਰੀਆਂ ਦੇ ਵਿੱਚ ਥੋੜ੍ਹਾ ਜ਼ਿਆਦਾ, ਜਦ ਕਿ ਸਰਾ ਦੀ ਬਿਮਾਰੀ ਉਨੀ ਨਹੀਂ ਹੁੰਦੀ ਜਿੰਨੀ ਕਿ ਘੋੜਿਆਂ ਦੇ ਵਿੱਚ ਜਾਂ ਦੂਜੀਆਂ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ। ਸੋ ਇਹਨਾਂ ਦੇ ਵਿੱਚ ਹੁਣ ਕਿਉਂਕਿ ਖੂਨੀ ਪਰਜੀਵੀ ਨੇ, ਕਿੱਥੇ ਰਹਿੰਦੇ ਨੇ? ਖੂਨ ਦੇ ਵਿੱਚ, ਠੀਕ ਹੈ ਜੀ। ਹੁਣ ਕਿੱਥੇ ਪਲਦੇ ਨੇ, ਕਿਹੜੇ ਸਿਸਟਮ ਨੂੰ ਅਫੈਕਟ ਕਰਦੇ ਨੇ? ਕਿਉਂਕਿ ਇਹ ਖੂਨ ਦੇ ਵਿੱਚ ਰਹਿੰਦੇ ਨੇ ਤੇ ਇਸ ਕਰਕੇ ਜਿਹੜੇ ਹੈਗੇ ਆ ਆਪਣੇ ਵਧਣ ਫੁੱਲਣ ਲਈ ਜਿਹੜੇ ਲਾਲ ਰਕਤਾਣੂ ਹੁੰਦੇ ਹੈਗੇ ਖੂਨ ਦੇ, ਉਹਨਾਂ ਦੇ ਵਿੱਚ ਮਲਟੀਪਲਾਈ ਕਰਦੇ ਨੇ, ਉਹਨਾਂ ਦੇ ਵਿੱਚ ਵੱਧਦੇ ਫੁੱਲਦੇ ਨੇ, ਜਿਸ ਕਰਕੇ ਜਿਹੜੇ ਉਹ ਸੈੱਲ ਟੁੱਟਦੇ ਨੇ ਤੇ ਟੁੱਟ ਕੇ ਜਿਹੜੇ ਹੈਗੇ ਆ ਉਹ ਫਿਰ ਉਹਨਾਂ ਜਿਹੜੇ ਟੁੱਟੇ ਹੋਏ ਸੈੱਲ ਨੇ ਉਹ ਸਰੀਰ ਦੇ ਵਿੱਚੋਂ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ, ਜਿਸ ਕਰਕੇ ਜਿਹੜੇ ਹੈਗੇ ਆ ਖੂਨ ਦੀ ਕਮੀ ਜਿਹੜੀ ਦੇਖੀ ਗਈ ਆ। ਸੋ ਇਹਨਾਂ ਦੇ ਵਿੱਚ ਵੀ ਮੁੱਖ ਕਾਰਨ ਕੀ ਆਣਗੇ? ਖੂਨ ਦੀ ਕਮੀ ਹੋਏਗੀ, ਅਨੀਮੀਆ ਹੋਏਗਾ, ਪਲੱਤਣ ਹੋਏਗੀ, ਜਿਸ ਦਾ ਸਾਨੂੰ ਖੂਨ ਦੀ ਕਮੀ ਪਤਾ ਕਿੱਥੋਂ ਲੱਗ ਸਕਦੀ? ਖੂਨ ਦੀ ਕਮੀ ਲਈ ਜਿਹੜੇ ਕਿਸਾਨ ਵੀਰ ਨੇ ਜਾਂ ਪਸ਼ੂ ਪਾਲਕ ਵੀਰ ਨੇ ਉਹ ਆਪਣੇ ਜਿਹੜੇ ਪਸ਼ੂ ਦਾ ਜਿਹੜੇ ਆਪਣੇ ਕੋਲ ਜਾ ਕੇ ਚੰਗੀ ਤਰ੍ਹਾਂ ਮੁਆਇਨਾ ਕਰਨਗੇ ਤਾਂ ਦੇਖਣਗੇ ਕਿ ਜਿਹੜਾ ਅੱਖਾਂ ਦੁਆਲੇ ਜਾਂ ਜਬਾੜੇ ਦੇ ਥੱਲੇ ਜੇਕਰ ਜਿਹੜਾ ਮਾਸ ਹੁੰਦਾ ਆ, ਠੀਕ ਹੈ, ਅੱਖਾਂ ਦੇ ਕੋਲ ਦਾ ਜਿਹੜਾ ਮਾਸ ਹੁੰਦਾ ਆ ਅੰਦਰਲੀ ਝਿੱਲੀ ਦਾ, ਜੇਕਰ ਉਹਨੂੰ ਅਸੀਂ ਦੇਖੀਏ ਤਾਂ ਉਹਦੇ ਵਿੱਚ ਜਿਹੜਾ ਥੋੜ੍ਹਾ ਪੀਲਾਪਨ ਜਾਂ ਚਿੱਟਾਪਨ ਜਿਹਾ ਆਉਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ ਜੀ। ਸੋ ਇਸ ਤਰ੍ਹਾਂ ਦਾ ਪਸ਼ੂ ਜਿਹੜਾ ਹੁੰਦਾ ਹੌਲੀ ਹੌਲੀ ਆਪਾਂ ਨੂੰ ਕਮਜ਼ੋਰ ਦਿਖਦਾ ਆ। ਤੇ ਕਈ ਵਾਰੀ ਜਿਹੜੀ ਹੈਗੀ ਆ ਪਸ਼ੂ ਨੂੰ ਜਿਸ ਨਾਲ ਖੂਨ ਦੀ ਕਮੀ ਹੁੰਦੀ ਹੈ, ਜਿਸ ਕਾਰਨ ਪਸ਼ੂ ਨੂੰ ਚੱਲਣ ਦੇ ਵਿੱਚ ਵੀ ਤਕਲੀਫ ਹੁੰਦੀ ਹੈ, ਪਸ਼ੂ ਦਾ ਸਾਹ ਫੁੱਲਦਾ ਹੈ, ਠੀਕ ਹੈ ਜੀ। ਸੋ ਇਸ ਤਰ੍ਹਾਂ ਹੈਗਾ ਜਿਵੇਂ ਕਨੇਡੂ ਰੋਗ ਹੈਗਾ ਆ, ਉਹਦੇ ਵਿੱਚ ਕੁਝ ਕਈ ਵਾਰੀ ਜੇ ਬਿਮਾਰੀ ਹੋਵੇ ਤਾਂ ਜਿਹੜੇ ਮੋਢਿਆਂ ਦੇ ਕੋਲ ਥੋੜ੍ਹੀਆਂ ਗ੍ਰੰਥੀਆਂ ਹੁੰਦੀਆਂ, ਰਸ ਗ੍ਰੰਥੀਆਂ, ਉਹਨਾਂ ਦੀ ਸੋਜਸ਼ ਆ ਜਾਂਦੀ ਆ। ਸੋ ਇਸ ਤੋਂ ਇਲਾਵਾ ਸਰਾ ਰੋਗ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਹੈਗਾ ਕਿ ਇਹ ਭੇਡਾਂ ਬੱਕਰੀਆਂ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੁੰਦਾ, ਪਰ ਜੇ ਕਦੀ ਹੋਵੇ ਵੀ ਤਾਂ ਫਿਰ ਉਹਦੇ ਵਿੱਚ ਬੁਖਾਰ ਦਾ ਉਤਰਨਾ ਚੜ੍ਹਨਾ, ਠੀਕ ਹੈ ਜੀ। ਇਸ ਤੋਂ ਇਲਾਵਾ ਕਈ ਵਾਰੀ ਦੌਰੇ ਜਿਹੇ ਪੈਣੇ, ਉਸ ਤਰ੍ਹਾਂ ਦੇ ਕੁਝ ਲੱਛਣ ਹੋ ਸਕਦੇ ਆ। ਸੋ ਪੀਲੀਆ ਰੋਗ ਦੇ ਵਿੱਚ ਮੁੱਖ ਲੱਛਣ ਕੀ ਹੋਣਗੇ ਕਿ ਜਿਹੜਾ ਹੈਗਾ ਵਾ ਖੂਨ ਦੀ ਭਾਰੀ ਕਮੀ ਹੋਏਗੀ। ਸੋ ਹੁਣ ਇਹ ਬਿਮਾਰੀਆਂ ਕਿੱਥੋਂ ਫੈਲਦੀਆਂ ਨੇ? ਇਹ ਫੈਲਦੀਆਂ ਨੇ ਜੀ ਚਿੱਚੜਾਂ ਤੋਂ। ਸੋ ਇਹ ਦੇਖਿਆ ਗਿਆ ਹੈ ਕਿ ਪੂਰੇ ਆਪਣੇ ਭਾਰਤ ਵਰਸ਼ ਕੀ ਪੂਰੀ ਦੁਨੀਆ ਦੇ ਵਿੱਚ ਹੀ ਚਿੱਚੜ ਜਿਹੜੇ ਹੈਗੇ ਆ ਮੱਛਰਾਂ ਤੋਂ ਬਾਅਦ ਦੂਜੇ ਨੰਬਰ ਦੇ ਵਾਹਕ ਮੰਨੇ ਗਏ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਣ ਨੂੰ। ਸੋ ਇਸ ਕਰਕੇ ਜਿਹੜੀ ਹੈਗੀ ਆ ਸੋ ਇਹਨਾਂ ਬਿਮਾਰੀਆਂ ਦੀ ਜੇ ਅਸੀਂ ਰੋਕਥਾਮ ਕਰਨੀ ਆ, ਜਿਵੇਂ ਹੁਣ ਡਾਂਸ ਮੱਖੀ ਆ, ਸੋ ਡਾਂਸ ਮੱਖੀ ਕੀ ਕਰਦੀ ਹੈ? ਸਾਰਾ ਰੋਗ ਨੂੰ ਫੈਲਾਉਂਦੀ ਆ। ਸੋ ਇਹਨਾਂ ਮੱਖੀਆਂ ਮੱਛਰਾਂ ਜਾਂ ਚਿੱਚੜਾਂ ਦੇ ਕਾਰਨ ਜਿਹੜੀਆਂ ਇਹਨਾਂ ਤੋਂ ਫੈਲਦੀਆਂ ਬਿਮਾਰੀਆਂ ਆ, ਸੋ ਜੇ ਅਸੀਂ ਇਹਨਾਂ ਨੂੰ ਇਕੱਠਿਆਂ ਜੋੜ ਲਾਵੇ ਤਾਂ ਚਿੱਚੜ ਸਿੱਧੇ ਰੂਪ 'ਚ ਪਸ਼ੂ ਦਾ ਖੂਨ ਚੂਸਦੇ ਆ, ਜਿਸ ਕਰਕੇ ਪਸ਼ੂ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਆ। ਕਈ ਵਾਰੀ ਉਹ ਚਮੜੀ ਦੇ ਉੱਤੇ ਜਿਸਲਾ ਮਤਲਬ ਖੂਨ ਪੀਣ ਲਈ ਜ਼ਖਮ ਕਰਦੇ ਆ ਤਾਂ ਕਈ ਵਾਰੀ ਕੀ ਹੁੰਦਾ ਆ, ਜੇਕਰ ਰੁੱਤ ਹੋ ਜਾਵੇ ਜਾਂ ਕੋਈ ਮੱਖੀ ਉੱਥੇ ਬੈਠ ਜਾਵੇ, ਆਪਣੇ ਆਂਡੇ ਦੇ ਜਾਵੇ, ਜਿਸ ਕਾਰਨ ਜਿਹੜੀ ਹੈਗੀ ਮਾਈਸਿਸ ਜਾਂ ਮੈਗਟ ਜਿਹੜੇ ਹੈਗੇ ਆ ਸੁੰਡੀ ਰੋਗ ਉਹ ਹੋ ਸਕਦਾ ਆ। ਤੇ ਜਿਹਦੇ ਨਾਲ ਕੀ ਹੈਗੀ ਆ ਜਿਹੜੀ ਚਮੜੀ ਆ ਪਸ਼ੂ ਦੀ ਚਮੜੀ ਉਨੀ ਲਾਹੇਬੰਦ ਨਹੀਂ ਹੁੰਦੀ। ਸੋ ਇਹ ਹੋ ਗਏ ਕੁਝ ਅਸਿੱਧੇ ਤੌਰ 'ਤੇ ਫੈਲਣ ਵਾਲੀਆਂ ਬਿਮਾਰੀਆਂ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜਿਹੜੀਆਂ ਹੈਗੀਆਂ ਪਸ਼ੂਆਂ ਦੀਆਂ ਜਿਹੜੀਆਂ ਚਿੱਚੜਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਉਹ ਇਸ ਤੋਂ ਬਾਅਦ ਆ ਜਾਂਦੀਆਂ। ਸੋ ਜੇਕਰ ਅਸੀਂ ਇਹਨਾਂ ਨੂੰ ਚਿੱਚੜਾਂ ਦਾ ਅਤੇ ਚਿੱਚੜਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਇਕੱਠਾ ਜਿਹੜਾ ਆਪਣਾ ਆਰਥਿਕ ਨੁਕਸਾਨ ਦੇਖਿਆ ਜਾਵੇ ਤਾਂ ਉਹ ਕਾਫੀ 25 ਤੋਂ 30% ਜਿਹੜਾ ਹੈਗਾ ਵਾ ਜਿਹੜਾ ਮੁਨਾਫੇ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਹੈ। ਅੱਜ ਅਸੀਂ ਇਹੀ ਆਪਣੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਹੈਗੀਆਂ ਸਿਫਾਰਿਸ਼ਾਂ ਦਿੱਤੀਆਂ ਜਾਂਦੀਆਂ ਹੈ ਕਿ ਮਲਾਪ ਰਹਿਤ ਕਰਨ ਲਈ ਦਵਾਈ ਜਿਹੜੀ ਹੈਗੀ ਡਾਕਟਰ ਦੀ ਸਲਾਹ ਨਾਲ ਤੇ ਗੋਹੇ ਜਾਂ ਮੀਂਗਣਾ ਦੀ ਜਾਂਚ ਤੋਂ ਬਾਅਦ ਹੀ ਦਿੱਤੀ ਜਾਵੇ। ਸੋ ਕਿਉਂਕਿ ਜਿਹੜੀਆਂ ਕਈ ਤਰ੍ਹਾਂ ਦੇ ਮਲਾਪ ਨੇ, ਕਈ ਤਰ੍ਹਾਂ ਦੇ ਪਰਜੀਵੀ ਨੇ, ਹਰ ਪਰਜੀਵੀ ਦੀ ਜਿਹੜੀ ਦਵਾਈ ਆ ਉਹ ਅਲੱਗ-ਅਲੱਗ ਹੁੰਦੀ ਹੈ। ਕਈ ਵਾਰੀ ਜਿਹੜੀ ਹੈਗੀ ਆ ਬ੍ਰੌਡ ਸਪੈਕਟਰਮ ਹੁੰਦੀਆਂ ਨੇ, ਕਈ ਦਵਾਈਆਂ ਜਿਹੜੀਆਂ ਬਹੁਤ ਸਾਰੇ ਪਰਜੀਵੀਆਂ ਨੂੰ ਮਾਰਦੀਆਂ, ਪਰ ਉਹੋ ਜਿਹੀਆਂ ਦਵਾਈਆਂ ਦੇਖਣ 'ਚ ਬੇਅਸਰ ਪਾਈਆਂ ਗਈਆਂ ਆ। ਸੋ ਜੇਕਰ ਅਸੀਂ ਇਸ ਧੰਦੇ ਨੂੰ ਤੋਂ ਹੋਰ ਮੁਨਾਫਾ ਲੈਣਾ ਆ ਤਾਂ ਜਿਹੜੀਆਂ ਸਿਫਾਰਿਸ਼ਸ਼ੁਦਾ ਯੂਨੀਵਰਸਿਟੀ ਵੱਲੋਂ ਜਾਂ ਡਾਕਟਰਾਂ ਵੱਲੋਂ ਜਿੰਨੀਆਂ ਵੀ ਅਸੀਂ ਸਿਫਾਰਿਸ਼ਸ਼ੁਦਾ ਦਵਾਈਆਂ ਹੈਗੀਆਂ ਨੇ ਜਾਂ ਜਿਨ੍ਹਾਂ ਦੇ ਅਸਰ ਜ਼ਿਆਦਾ ਦੇਖੇ ਗਏ ਉਹ ਦਿੱਤੀਆਂ ਜਾਣ। ਸੋ ਉਹਦੇ ਲਈ ਅਸੀਂ ਕਰਾਂਗੇ ਕੀ? ਸਾਨੂੰ ਪਹਿਲਾਂ ਹੈਗਾ ਕਿਸੇ ਵੀ ਡਾਕਟਰ ਕੋਲ ਜਾ ਕੇ
ਜਾਂ ਲੈਬੋਰਟਰੀ ਜਿਹੜੀ ਤੁਹਾਡੀ ਜ਼ਿਲ੍ਹੇ ਦੀ ਕੋਈ ਲੈਬੋਰਟਰੀ ਹੈ ਜਾਂ ਹਸਪਤਾਲ ਵੱਡੀ ਲੈਬੋਰਟਰੀ ਹੈਗੀ ਆ, ਉੱਥੇ ਤੁਸੀਂ ਜਿਹੜੇ ਹੈਗੇ ਆਪਣੇ ਪਸ਼ੂ ਦੀਆਂ ਮੀਂਗਣਾ ਜਾਂ ਗੋਹਾ ਜਿਹੜਾ ਹੈਗਾ ਲਿਜਾ ਕੇ ਚੈੱਕ ਕਰਵਾ ਸਕਦੇ ਹੋ। ਸੋ ਉਸ ਤੋਂ ਬਾਅਦ ਡਾਕਟਰ ਨੂੰ ਪਤਾ ਲੱਗ ਜਾਏਗਾ ਕਿ ਇਸ ਦੇ ਵਿੱਚ ਆਂਡੇ ਦੇਖ ਕੇ ਕਿ ਇਸ ਦੇ ਵਿੱਚ ਇਹ ਬਿਮਾਰੀ ਹੈ, ਤੇ ਉਹ ਉਸੇ ਹਿਸਾਬ ਨਾਲ ਦਵਾਈ ਦੇਗਾ। ਹੁਣ ਉਸ ਤੋਂ ਬਾਅਦ 'ਚ ਆਉਂਦੀ ਹੈ ਕਿ ਜੇ ਦਵਾਈ ਆ, ਦਵਾਈ ਕਦੀ ਵੀ ਇੱਕੋ ਵਾਰੀ ਨਹੀਂ ਦੇਣੀ, ਦਵਾਈ ਹਮੇਸ਼ਾ ਆਪਾਂ ਬਦਲ ਕੇ ਦੇਣੀ ਆ। ਤੀਸਰੀ ਗੱਲ ਜਿਹੜੀ ਹੈਗੀ ਆ, ਦਵਾਈ ਹਮੇਸ਼ਾ ਜਿਹੜੀ ਹੈਗੀ ਆ ਪ੍ਰਤੀ ਕਿਲੋ ਭਾਰ ਦੇ ਅਨੁਸਾਰ, ਹਰ ਦਵਾਈ ਦੇ ਉੱਤੇ ਦੇਖੋ ਜੀ ਇੰਸਟਰਕਸ਼ਨ ਲਿਖੀਆਂ ਹੁੰਦੀਆਂ ਆ, ਹਦਾਇਤਾਂ ਦਿੱਤੀਆਂ ਹੁੰਦੀਆਂ ਕੰਪਨੀ ਵੱਲੋਂ ਕਿ ਇਸ ਤਰ੍ਹਾਂ ਦਵਾਈ ਦੇਣੀ ਆ। ਦਵਾਈ ਦਾ ਪੂਰੀ ਉਹੀ ਵਿਧੀ ਹੋਣੀ ਚਾਹੀਦੀ ਆ। ਹੁਣ ਚਿੱਚੜਾਂ ਦੀ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਚਿੱਚੜਾਂ ਦੀ ਜਿਹੜੀ ਹੈਗੀ ਆ ਬਿਮਾਰੀ, ਚਿੱਚੜ ਵੀ ਕਦੋਂ ਆ? ਚਿੱਚੜ ਵੀ ਹੁਣ ਇਸ ਗਰਮੀ ਦੀ ਰੁੱਤ ਵਿੱਚ ਨਿਕਲਣਾ ਸ਼ੁਰੂ ਹੋ ਜਾਂਦੇ ਆ। ਸੋ ਚਿੱਚੜ ਕਿੱਥੇ ਰਹਿੰਦੇ ਨੇ ਜੀ? ਦੇਖੋ ਚਿੱਚੜ ਆਪਣੇ ਘਰਾਂ ਦੇ ਵਿੱਚ ਜਾਂ ਜਿਹੜੇ ਪਸ਼ੂਆਂ ਦੇ ਸ਼ੈੱਡ ਆ, ਉਹਨਾਂ ਦੀਆਂ ਜਿਹੜੀਆਂ ਦਰਜਾਂ ਨੇ, ਫਰਸ਼ ਜਾਂ ਖੁਰਲੀਆਂ, ਉਹਨਾਂ ਦੇ ਵਿੱਚ ਰਹਿ ਰਹੇ ਹੁੰਦੇ ਆ। ਸੋ ਅਸੀਂ ਕਦੀ ਵੀ ਜਿਹੜੀ ਹੈਗੀ ਆ ਪਸ਼ੂ ਦੇ ਮਤਲਬ ਜੇ ਅਸੀਂ ਸ਼ੈੱਡਾਂ ਦੀ ਜਿਹੜੀ ਸਾਫ਼ ਸਫਾਈ ਆ ਉਹਨਾਂ ਨਾਲ ਪੂਰਾ ਧਿਆਨ ਦੇਵਾਂਗੇ ਤਾਂ ਜਿਹੜੀਆਂ ਚਿੱਚੜਾਂ ਨੂੰ ਮਾਰਨ ਵਾਲੀਆਂ ਦਵਾਈਆਂ ਆ ਉਹ ਵੀ ਦੇਖੀਆਂ ਗਈਆਂ ਕਿ ਕਾਫੀ ਲਾਈਕ ਮੱਝਾਂ ਗਾਵਾਂ ਦੇ ਵਿੱਚ ਤਾਂ ਸਰਵੇਖਣ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਜਿਹੜੀਆਂ ਬਾਜ਼ਾਰ ਦੇ ਵਿੱਚ ਉਪਲਬਧ ਦਵਾਈਆਂ ਆ ਉਹ ਵੀ ਚਿੱਚੜਾਂ ਲਈ ਕਾਫੀ ਬੇਅਸਰ ਹੋ ਚੁੱਕੀਆਂ ਨੇ। ਸੋ ਇਸ ਕਰਕੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਪਸ਼ੂ ਦੇ ਸਰੀਰ ਦੇ ਉੱਤੇ ਕੋਈ ਚਿੱਚੜ ਹੈ ਤਾਂ ਉਹਨੂੰ ਕਦੀ ਵੀ ਦਵਾਈ ਨਾ ਲਗਾਓ। ਹੱਥ ਫੇਰ ਕੇ ਪਸ਼ੂ ਦੇ, ਆਪਣੇ ਭੇਡ ਬੱਕਰੀਆਂ ਦੇ ਹੁਣ ਚਿੱਚੜ ਰਹਿੰਦੇ ਕਿੱਥੇ ਆ ਜਾਂ ਅਸੀਂ ਦਵਾਈ ਲਗਾਉਂਦੇ ਕਿੱਦਾਂ। ਜ਼ਿਆਦਾਤਰ ਆਪਾਂ ਇਹ ਦੇਖਦੇ ਹਾਂ ਕਿ ਦਵਾਈ ਆਪਾਂ ਉੱਪਰ ਸਪਰੇਅ ਕਰ ਦਿੰਦੇ ਹਾਂ, ਜਾਂ ਦਵਾਈਆਂ ਜਿੰਨੀਆਂ ਵੀ ਚਿੱਚੜਾਂ ਨੂੰ ਮਾਰਨ ਵਾਲੀਆਂ ਦਵਾਈਆਂ ਜਾਂ ਜੂਆਂ ਨੂੰ ਮਾਰਨ ਵਾਲੀਆਂ ਦਵਾਈਆਂ ਉਹ ਕਈ ਤਰ੍ਹਾਂ ਦੇ ਵਿੱਚ ਆਉਂਦੀਆਂ, ਘੋਲ ਦੇ ਰੂਪ 'ਚ ਵੀ ਹੁੰਦੀਆਂ, ਧੂੜੇ ਦੇ ਰੂਪ 'ਚ ਵੀ ਹੁੰਦੀਆਂ, ਠੀਕ ਹੈ ਜੀ, ਜਾਂ ਮੂੰਹ ਰਾਹੀਂ ਖੁਰਾਕ ਨਾਲ ਦੇਣ ਵਾਲੀਆਂ ਵੀ ਹੋ ਸਕਦੀਆਂ ਜਾਂ ਟੀਕਾ ਲਗਾਉਣ ਵਾਲੀਆਂ ਵੀ ਹੋ ਸਕਦੀਆਂ ਨੇ। ਸੋ ਜਿਹੜੀ ਵੀ ਦਵਾਈ ਆਪਾਂ ਦੇਣੀ ਹੈਗੀ ਆ ਪਸ਼ੂ ਨੂੰ ਜਾਂ ਲਗਾਉਣੀ ਹੈ, ਉਹਨੂੰ ਲਗਾਉਣ ਦਾ ਢੰਗ ਤਰੀਕਾ ਬਿਲਕੁਲ ਸਹੀ ਹੋਣਾ ਚਾਹੀਦਾ। ਪਹਿਲੀ ਗੱਲ, ਦਵਾਈ ਉਸੇ ਵੇਲੇ ਹੀ ਵਰਤਣੀ ਹੈ ਜਿਸ ਨਾਲ ਚਿੱਚੜ ਜਾਂ ਮੱਖੀਆਂ ਮੱਛਰਾਂ ਦੀ ਜਿਹੜੀ ਆਪਣੀ ਨਿਜਾਤ ਆ, ਸੰਖਿਆ ਬਹੁਤ ਜ਼ਿਆਦਾ। ਜੇਕਰ ਘੱਟ ਆ ਤਾਂ ਹੱਥ ਫੇਰ ਕੇ ਇੱਦਾਂ ਹੀ ਕੱਢ ਕੇ ਆਪਾਂ ਨੂੰ ਤੋੜ ਦੇਣਾ ਚਾਹੀਦਾ। ਔਰ ਦੂਸਰੀ ਗੱਲ ਹੈਗੀ ਆ ਸ਼ੈੱਡਾਂ ਦੀ ਸਾਫ਼ ਸਫਾਈ। ਸ਼ੈੱਡਾਂ ਦੀਆਂ ਜਿਹੜੀਆਂ ਦਰਜਾ ਉਹਨਾਂ ਨੂੰ ਭਰ ਕੇ ਰੱਖੋ। ਜੇਕਰ ਚਿੱਚੜਾਂ ਦੀ ਬਹੁਤਾਤ ਬਹੁਤ ਜ਼ਿਆਦਾ ਆ ਤਾਂ ਆਪਾਂ ਕੀ ਕਰ ਸਕਦੇ ਹਾਂ, ਪਸ਼ੂ ਦੇ ਸਰੀਰ ਦੇ ਉੱਤੇ ਦਵਾਈਆਂ ਜਿੰਨੀਆਂ ਵੀ ਹੈਗੀਆਂ ਆ ਕੰਪਨੀ ਦੁਆਰਾ ਦਿੱਤੇ ਗਏ ਲੇਬਲ ਦੇ ਅਨੁਸਾਰ ਡਾਕਟਰ ਦੀ ਸਲਾਹ ਨਾਲ ਦਵਾਈ ਹਰ ਵਾਰ ਬਦਲ ਕੇ, ਠੀਕ ਹੈ ਜੀ, ਕਿਉਂਕਿ ਜੇ ਤੁਸੀਂ ਲਗਾਓਗੇ ਤਾਂ ਜਿਹੜਾ ਹੈਗਾ ਵਾ ਇਹਨਾਂ ਦਵਾਈਆਂ ਮਤਲਬ ਚਿੱਚੜਾਂ ਤੋਂ ਅਸੀਂ ਜਿਹੜਾ ਹੈਗਾ ਵਾ ਕੋਈ ਕਾਫੀ ਹੱਦ ਤੱਕ ਜਿਹੜਾ ਹੈਗਾ ਵਾ ਘਟਾ ਦੇਖ ਸਕਦੇ ਹਾਂ। ਸੋ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਹੁਣ ਜਿਹੜੀਆਂ ਮੱਖੀਆਂ ਨੇ, ਸੋ ਮੱਖੀਆਂ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਪਤਾ ਹੈ ਕਿ ਪਸ਼ੂ ਦੇ ਸਰੀਰ 'ਤੇ ਤਾਂ ਕੁਛ ਇੱਦਾਂ ਸਿੱਧਾ ਅਸਰ ਨਹੀਂ ਕਰਦੀਆਂ, ਪਰ ਫਿਰ ਵੀ ਭੇਡਾਂ ਦੇ ਵਿੱਚ ਇੱਕ ਮੱਖੀ ਹੈ ਜਿਸ ਦੀ ਸੁੰਡੀ ਜਿਹੜੀ ਹੈਗੀ ਆ ਨੱਕ ਰਾਹੀਂ ਨੱਕ ਦੇ ਵਿੱਚ ਪਣਪਦੀ ਹੈ। ਸੋ ਇਸ ਨੂੰ ਇਸਟਰੋਸ ਓਵਿਸ ਕਹਿੰਦੇ ਆ। ਸੋ ਇਸਟਰਸ ਓਵਿਸ ਦੇ ਕੀ ਹੁੰਦਾ ਕਿ ਜਿਹੜੀ ਮੱਖੀ ਹੈ ਇਹ ਜ਼ਿਆਦਾਤਰ ਸਰਦੀਆਂ ਦੇ ਵਿੱਚ ਹੁੰਦੀ ਆ। ਸੋ ਭੇਡਾਂ ਬੱਕਰੀਆਂ ਦੇ ਸਰੀਰ, ਖਾਸ ਕਰ ਭੇਡਾਂ ਦੇ ਨੱਕ ਦੁਆਲੇ ਮੱਖੀ ਜਿਹੜੀ ਹੈਗੀ ਸਰਦੀਆਂ ਦੇ ਵਿੱਚ ਭਿਣਭਣਾਉਂਦੀ ਰਹਿੰਦੀ ਹੈ, ਅਤੇ ਜਿਸ ਨਾਲ ਲੱਗਦਾ ਹੈਗਾ ਆਪਣੇ ਆਂਡੇ ਜਿਹੜੇ ਹੈਗੇ ਉਹਦੇ ਨਾਸਾਂ ਦੇ ਦੁਆਲੇ ਜਿਹੜਾ ਮਾਸ ਹੁੰਦਾ ਉੱਥੇ ਦਿੰਦੀ, ਜਦੋਂ ਪਸ਼ੂ ਚੱਟ ਲੈਂਦਾ ਅਤੇ ਉਹ ਆਂਡੇ ਜਿਹੜੇ ਅੰਦਰ ਚਲੇ ਜਾਂਦੇ ਆ। ਸੋ ਜਿਸ ਤੋਂ ਉਸਦੇ ਬੱਚੇ ਨਿਕਲਦੇ ਆ ਜੋ ਸੁੰਡੀ ਦੇ ਆਕਾਰ ਵਰਗੇ ਹੁੰਦੇ ਆ। ਸੋ ਜਿਸ ਕਰਕੇ ਪਸ਼ੂ ਹੁਣ ਕੀ ਹੁੰਦਾ ਹੈ ਕਿ ਨੱਕ ਦੇ ਵਿੱਚੋਂ ਜਿਹੜਾ ਹੈਗਾ ਵਾ ਪਾਣੀ ਵਗਦਾ ਆ, ਜਾਂ ਪਸ਼ੂ ਨੂੰ ਜਿਸ ਅੰਦਰ ਜਾ ਕੇ ਉਹ ਜਿਸਲਾ ਜ਼ਖਮ ਕਰਦੀ ਆ, ਜਿਸਲਾ ਵੱਧਦੀ ਫੁੱਲਦੀ ਆ, ਅਤੇ ਨੱਕ ਦੇ ਵਿੱਚੋਂ ਨਸਾਂ ਦੇ ਵਿੱਚੋਂ ਥੋੜ੍ਹਾ ਜਿਹੜਾ ਪਾਣੀ ਹੁੰਦਾ ਉਹ ਥੋੜ੍ਹਾ ਹੋਰ ਸਖਤ ਹੋ ਜਾਂਦਾ ਆ, ਜਾਂ ਜਿਹੜਾ ਹੈਗਾ ਵਾ ਇਸ ਕਰਕੇ ਪਸ਼ੂ ਨੂੰ ਕਈ ਵਾਰੀ ਅੰਦਰ ਜਿਹੜੇ ਜ਼ਖਮ ਬਣਦੇ ਆ ਉਸ ਨਾਲ ਪਸ਼ੂ ਦਾ ਜਿਹੜਾ ਹੈਗਾ ਨੱਕ ਦੇ ਵਿੱਚ ਜਿਹੜੀ ਆਪਣੇ ਅਬਸਟਰਕਸ਼ਨ ਜੀ ਹੁੰਦੀ ਹੈ, ਜਿਸ ਕਰਕੇ ਪਸ਼ੂ ਕਈ ਵਾਰੀ ਸਾਹ ਲੈਣ 'ਚ ਤਕਲੀਫ ਹੁੰਦੀ ਆ। ਸੋ ਇਹਦੇ ਨਾਲ ਹੁੰਦਾ ਕੀ ਹੈ ਕਿ ਪਸ਼ੂ ਜਿਹੜਾ ਹੈਗਾ ਹਮੇਸ਼ਾ ਥੋੜ੍ਹਾ ਆਪਣੇ ਉਤੇਜਿਤ ਰਹੇਗਾ, ਠੀਕ ਹੈ, ਪਸ਼ੂ ਸਿਰ ਹਿਲਾਉਂਦਾ ਰਹੇਗਾ। ਸੋ ਇਸ ਲਈ ਕਈ ਵਾਰੀ ਫਿਰ ਜਿਹੜੇ ਆਂਡੇ ਹੈਗੇ ਉਹ ਦਿਖਣੇ, ਜਿਸ ਅਸੀਂ ਉਹਨੂੰ ਧਿਆਨ ਨਾਲ ਉਹਦੀ ਜਾਂਚ ਕਰਾਂਗੇ ਤਾਂ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਆਂਡਿਆਂ ਦੇ ਜਿਹੜੇ ਨਿਕਲੇ ਹੋਏ ਬੱਚੇ ਆ, ਸੁੰਡੀਆਂ, ਉਹ ਸਾਨੂੰ ਮਿਲ ਸਕਦੀਆਂ। ਸੋ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਕੁਛ ਬਿਮਾਰੀਆਂ ਭੇਡਾਂ ਬੱਕਰੀਆਂ ਦੇ ਵਿੱਚ ਇਹੋ ਜਿਹੀਆਂ ਵੀ ਨੇ ਜਿਹੜੀਆਂ ਮਨੁੱਖਾਂ ਨੂੰ ਹੋ ਸਕਦੀਆਂ ਨੇ, ਪਰ ਇਹ ਫੈਲਦੀਆਂ ਕਿੱਦਾਂ ਨੇ। ਸੋ ਇਹਨਾਂ ਦੇ ਲਈ ਜਿਹੜੇ ਫੈਲਣ ਦਾ ਕਾਰਨ ਨੇ ਉਹ ਕੁਛ ਆਪਾਂ ਜਿਹੜੇ ਪੈਟ ਰੱਖੇ ਹੁੰਦੇ ਨੇ, ਕੁੱਤੇ ਬਿੱਲੀਆਂ ਨੂੰ ਪਾਲਣ ਦਾ ਅੱਜ ਕੱਲ੍ਹ ਰੁਝਾਨ ਬੜਾ ਵੱਧ ਰਿਹਾ ਹੈਗਾ, ਪਰ ਇਹ ਜਿਹੜੀਆਂ ਬਿਮਾਰੀਆਂ ਨੇ ਐਕਚੁਅਲੀ ਫੈਲਦੀਆਂ ਹੈਗੀਆਂ ਨੇ ਕੁੱਤਿਆਂ ਅਤੇ ਬਿੱਲੀਆਂ ਤੋਂ ਭੇਡਾਂ ਅਤੇ ਬੱਕਰੀਆਂ ਨੂੰ। ਸੋ ਜਿਨ੍ਹਾਂ ਦੇ ਵਿੱਚੋਂ ਇੱਕ ਹੈਗੀ ਨੇ ਕੁਛ ਚਪਟੇ ਪਰਜੀਵੀ ਨੇ ਕੁੱਤਿਆਂ ਦੇ, ਜਿਹਨੂੰ ਅਸੀਂ ਫੀਤਾਕ੍ਰਿਮ ਪਰਜੀਵੀ ਕਹਿ ਦਿੰਦੇ ਹਾਂ। ਸੋ ਉਹ ਜਿਸ ਤਰ੍ਹਾਂ ਕੁੱਤੇ ਦੇ ਮਲ ਮੂਤਰ ਦੇ ਵਿੱਚ ਉਹਨਾਂ ਦੇ ਆਂਡੇ ਆਉਂਦੇ ਆ, ਸੋ ਆਂਡੇ ਜਿਸ ਤਰ੍ਹਾਂ ਆਪਣੇ ਆਣ ਕੇ ਬਾਹਰ ਵਾਤਾਵਰਨ ਨੂੰ ਦੂਸ਼ਿਤ ਕਰਦੇ ਆ, ਉਹੀ ਵਾਤਾਵਰਨ ਦਾ ਜਿਹੜਾ ਗੰਦੀ ਖੁਰਾਕ ਜਾਂ ਪਾਣੀ ਰਾਹੀਂ ਜਿਹੜੇ ਹੈਗੇ ਨੇ ਭੇਡਾਂ ਦੇ ਬੱਕਰੀਆਂ ਦੇ ਸਰੀਰ ਦੇ ਵਿੱਚ ਜਿਹੜਾ ਆਂਡੇ ਜਾਂਦੇ, ਇਹਨਾਂ ਆਂਡਿਆਂ ਤੋਂ ਜਿਹੜੇ ਲਾਰਵੇ ਜਾਂ ਬੱਚੇ ਨਿਕਲਦੇ ਨੇ ਉਹ ਭੇਡਾਂ ਅਤੇ ਬੱਕਰੀਆਂ ਦੇ ਵੱਖ-ਵੱਖ ਅੰਗਾਂ ਜਿਵੇਂ ਫੇਫੜੇ, ਜਿਗਰ,
ਜਾਂ ਕਈ ਵਾਰੀ ਜਿਹੜਾ ਹੈਗਾ ਵਾ ਸਿਰ ਉਹਦੇ ਵਿੱਚ ਜਾ ਕੇ ਜਿਹੜੇ ਹੈਗੇ ਨੇ ਪਣਪਦੇ ਆ। ਸੋ ਜਿਸ ਕਰਕੇ ਪਸ਼ੂਆਂ ਦੇ ਵਿੱਚ ਜਿਹੜੇ ਹੈਗੇ ਨੇ ਉਸ ਤਰ੍ਹਾਂ ਦੇ ਹੀ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਨੇ। ਜੇਕਰ ਫੇਫੜਿਆਂ ਦੇ ਵਿੱਚ ਹੈ ਤਾਂ ਪਸ਼ੂ ਨੂੰ ਸਾਹ ਲੈਣ 'ਚ ਤਕਲੀਫ ਹੋਏਗੀ, ਜੇਕਰ ਜਿਗਰ ਦੇ ਵਿੱਚ ਹੈ ਤਾਂ ਪਸ਼ੂ ਨੂੰ ਆਪਣੇ ਚੱਲਣ ਦੇ ਵਿੱਚ ਉਸ ਤਰ੍ਹਾਂ ਦੀ ਪਣਪਦਾ ਹੈ, ਤਾਂ ਜਿਸ ਕਰਕੇ ਪਸ਼ੂ ਜਿਹੜਾ ਹੈਗਾ ਉਹਨੂੰ ਚੱਲਣ ਦੇ ਵਿੱਚ ਤਕਲੀਫ ਹੁੰਦੀ ਹੈ। ਪਸ਼ੂ ਦਾ ਬੜਾ ਲੜਖੜਾਪਨ ਆਉਂਦਾ ਹੈ, ਕਦੀ ਪਸ਼ੂ ਅੱਗੇ ਨੂੰ ਚੱਲਦਾ ਹੈ, ਕਦੀ ਖੱਬੇ ਚੱਲਦਾ, ਸੱਜੇ ਚੱਲਦਾ। ਸੋ ਇਸ ਤਰ੍ਹਾਂ ਜਿਹੜੇ ਹੈਗੇ ਜਾਂ ਗੋਲਾਕਾਰ ਘੁੰਮਦਾ ਹੈ। ਸੋ ਇਹ ਨੇ ਕੁਛ ਪਰਜੀਵੀ। ਇਸ ਤੋਂ ਇਲਾਵਾ ਜੇ ਭੇਡਾਂ ਬੱਕਰੀਆਂ ਦੇ ਵਿੱਚ ਤੂਣ ਦੀ ਬਿਮਾਰੀ ਹੁੰਦੀ ਆ। ਸੋ ਹੁਣ ਇਹ ਜਿਹੜੀ ਤੂਣ ਦੀ ਬਿਮਾਰੀ ਹੈਗੀ ਆ ਉਹ ਟੌਕਸੋਪਲਾਜ਼ਮਾ ਗੋਂਡਾਈ ਇੱਕ ਪਰਜੀਵੀ ਹੈ, ਜਿਹੜਾ ਬੇਸਿਕਲੀ ਇੱਕ ਪ੍ਰੋਟੋਜ਼ੋਆ ਹੁੰਦਾ ਹੈ। ਪ੍ਰੋਟੋਜ਼ੋਆ ਉਹ ਪਰਜੀਵੀ ਹੁੰਦੇ ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਜਿਵੇਂ ਇਹਦੇ ਜਿਹੜੇ ਪਰਜੀਵੀ ਹੈਗੇ ਆ, ਸਾਨੂੰ ਆਪਾਂ ਜੇਕਰ ਦੇਖੀਏ ਤਾਂ ਇਹਨਾਂ ਦੀ ਜਿਹੜੇ ਹੈਗੇ ਇਹਨਾਂ ਨੂੰ ਦੇਖਣ ਲਈ ਸਾਨੂੰ ਖੁਰਦਬੀਨ ਮਾਈਕਰੋਸਕੋਪਿਕ ਜਿਹੜੀ ਹੈਗੀ ਆ, ਕੋਈ ਵੀ ਜਿਹੜਾ ਆਪਣਾ ਸੈਂਪਲ ਆ ਜਾਂ ਗੋਹੇ ਦਾ ਆ ਜਾਂ ਖੂਨ ਦਾ ਆ ਜਾਂ ਆਪਣੇ ਕੋਈ ਵੀ ਜੇ ਮਤੂਆ ਹੋਇਆ ਬੱਚਾ ਆ, ਠੀਕ ਹੈ ਜੀ, ਜਾਂ ਉਹ ਤੋਂ ਪਈ ਹੋਈ ਔਲ ਆ, ਉਹਦੀ ਜਿਹੜੀ ਆਪਾਂ ਵੱਖ-ਵੱਖ ਵਿਧੀਆਂ ਰਾਹੀਂ ਜਿਸ ਔਲ ਦੀ ਜਾਂਚ ਜਾਂ ਉਹਨਾਂ ਨੂੰ ਲੈਬੋਰਟਰੀ ਦੇ ਵਿੱਚ ਲੈ ਕੇ ਜਾਵਾਂਗੇ, ਉਸ ਤੋਂ ਪਤਾ ਲੱਗ ਸਕਦਾ। ਹੁਣ ਇਹ ਜਿਹੜਾ ਹੈਗਾ ਵਾ ਤੂਣਾ, ਇਹ ਟੌਕਸੋਪਲਾਜ਼ਮੋਸਿਸ ਜਿਹੜੀ ਹੈਗੀ ਆ ਭੇਡਾਂ ਦੇ ਵਿੱਚ ਜਿਹੜੀ ਤੂਣ ਦੀ ਬਿਮਾਰੀ ਇਹ ਜ਼ਿਆਦਾ ਹੈਗੀ ਆ। ਹੁੰਦਾ ਕੀ ਆ ਕਿ ਜਿਹੜੀ ਬਿੱਲੀ ਆ, ਬਿੱਲੀ ਦੇ ਆਂਤੜੀਆਂ ਦੇ ਵਿੱਚ ਇਹ ਬੇਸਿਕਲੀ ਟੌਕਸੋਪਲਾਜ਼ਮਾ ਗੋਂਡਾਈ ਨਾਮਕ ਜਿਹੜਾ ਪ੍ਰੋਟੋਜ਼ੋਆ ਉੱਥੇ ਰਹਿੰਦਾ ਆ। ਉਹਦੇ ਵਿੱਚ ਬਿੱਲੀ ਦੇ ਜਿਹੜਾ ਮਲ ਮੂਤਰ ਆ ਉਹਦੇ ਵਿੱਚੋਂ ਊਸਿਸਟ ਨਿਕਲਦੀਆਂ ਨੇ, ਠੀਕ ਹੈ ਜੀ। ਉਹ ਊਸਿਸਟ ਜਿਹੜੀਆਂ ਆਣ ਕੇ ਪਹਿਲਾਂ ਬਾਹਰ ਵੱਧਦੀਆਂ ਫੁੱਲਦੀਆਂ ਨੇ, ਫਿਰ ਇਹ ਪਾਣੀ ਆਪਣੀ ਗੰਦੀ ਖੁਰਾਕ ਜਿਸਲਾ ਭੇਡਾਂ ਜਾਂ ਬੱਕਰੀਆਂ ਲੈ ਲੈਂਦੀਆਂ ਇਸ ਗੰਦੀ ਦੂਸ਼ਿਤ ਊਸਿਸਟ ਨਾਲ। ਤਾਂ ਫਿਰ ਕੀ ਹੁੰਦਾ ਹੈ ਕਿ ਜਿਹੜੀਆਂ ਊਸਿਸਟ ਤੋਂ ਕੁਛ ਨਿਕਲਦੇ ਜਿਹੜੇ ਅੱਗੇ ਇਹਨਾਂ ਦੇ ਜੀਵਨ ਚੱਕਰ ਕਾਲ ਦੀਆਂ ਵੱਖ-ਵੱਖ ਅਵਸਥਾਵਾਂ ਹੁੰਦੀਆਂ। ਸੋ ਉੱਥੋਂ ਹੁੰਦੀਆਂ ਹੋਈਆਂ ਆਪਣੇ ਇਹਦੇ ਵਿੱਚੋਂ ਵੱਖ-ਵੱਖ ਅੰਗਾਂ, ਖਾਸ ਕਰ ਜਿਹੜੀਆਂ ਹੈਗੀਆਂ ਜੇਕਰ ਜਿਹੜੀ ਭੇਡ ਜਾਂ ਬੱਕਰੀ ਉਹ ਗੱਭਣ ਆ, ਠੀਕ ਹੈ, ਉਸ ਵੇਲੇ ਜਿਹੜੇ ਇਹਦੀਆਂ ਸਿਸਟ ਦੇ ਵਿੱਚੋਂ ਨਿਕਲੇ ਹੋਏ ਟੈਕੀਜ਼ੋਇਡ ਜਾਂ ਬ੍ਰੈਡੀਜ਼ੋਇਡਸ ਹੁੰਦੇ ਨੇ ਇਸ ਪਰਜੀਵੀ ਦੇ, ਉਹ ਕੀ ਹੁੰਦੇ ਆ ਕਿ ਔਲ ਰਾਹੀਂ ਫਿਰ ਬੱਚੇ ਦੇ ਤੱਕ ਪਹੁੰਚ ਜਾਂਦੇ ਆ। ਅਤੇ ਇਸ ਦੌਰਾਨ ਗਰਭ ਅਵਸਥਾ ਦੀ ਤੀਜੀ ਜਿਹੜੀ ਅਵਸਥਾ ਹੁੰਦੀ ਆ, ਉਸ ਦੌਰਾਨ ਕਈ ਵਾਰੀ ਜਿਹੜੇ ਹੈਗੇ ਨੇ ਗੱਭਣ ਪਸ਼ੂ ਉਹ ਬੱਚਾ ਸਿੱਟ ਜਾਂਦੇ ਜਾਂ ਤੂ ਜਾਂਦੇ ਨੇ, ਠੀਕ ਹੈ, ਜਾਂ ਮਰਿਆ ਹੋਇਆ ਬੱਚਾ ਪੈਦਾ ਹੁੰਦਾ ਹੈ। ਸੋ ਇਹ ਬਿਮਾਰੀ ਜਿਹੜੀ ਹੈਗੀ ਆ ਭੇਡਾਂ ਦੇਖੋ ਬਿੱਲੀਆਂ ਤੋਂ ਜਾਂ ਕੁੱਤਿਆਂ ਤੋਂ ਆਪਣੇ ਜਾਨਵਰਾਂ ਨੂੰ ਤਾਂ ਫੈਲਦੀ ਆ, ਨਾਲ ਹੀ ਨਾਲੇ ਮਨੁੱਖਾਂ ਲਈ ਵੀ ਜਿਹੜੀ ਹੈਗੀ ਨੁਕਸਾਨਦਾਇਕ ਆ, ਜ਼ੂਨੋਟਿਕ ਆ, ਜਿਹਨੂੰ ਕਹਿ ਦਿੰਦੇ ਹਾਂ ਅਸੀਂ ਕਿ ਪਸ਼ੂ ਤੋਂ ਜਿਹੜੀਆਂ ਮਨੁੱਖਾਂ ਤੋਂ ਪਸ਼ੂਆਂ ਨੂੰ ਫੈਲਣ ਵਾਲੀਆਂ ਕੁਝ ਬਿਮਾਰੀਆਂ। ਸੋ ਭੇਡਾਂ ਬੱਕਰੀਆਂ ਦੇ ਵਿੱਚ ਜਿਹੜੀ ਟੌਕਸੋਪਲਾਜ਼ਮਾ ਗੋਂਡਾਈ ਦੀ ਬਿਮਾਰੀ ਮੁੱਖ ਹੈ। ਸੋ ਇਹਨਾਂ ਬਿਮਾਰੀਆਂ ਦਾ ਹੁਣ ਜਿਹੜਾ ਹੈਗਾ ਵਾ ਆਪਾਂ ਸਾਰਾ ਜੋ ਵੀ ਇਲਾਜ ਰੋਕਥਾਮ ਕਿੱਦਾਂ ਕਰਨੀ ਹੈ, ਤੁਹਾਨੂੰ ਪਤਾ ਲੱਗ ਗਿਆ ਕਿ ਜ਼ਿਆਦਾਤਰ ਜਿਹੜੀ ਬਿਮਾਰੀਆਂ ਆ ਉਹ ਗੰਦੀ ਖੁਰਾਕ ਅਤੇ ਦੂਸ਼ਿਤ ਵਾਤਾਵਰਨ ਨਾਲ ਹੁੰਦੀਆਂ, ਪਾਣੀ ਨਾਲ ਹੁੰਦੀਆਂ। ਸੋ ਇਸ ਕਰਕੇ ਅਸੀਂ ਪਹਿਲਾਂ ਜਿਹੜਾ ਹੈਗਾ ਸਾਫ਼ ਸਫਾਈ ਵੱਲ ਧਿਆਨ ਦੇਣਾ ਹੈਗਾ। ਦੂਸਰਾ ਇਲਾਜ ਅਸੀਂ ਕਦੋਂ ਕਰਨਾ ਹੈ, ਇਲਾਜ ਦਾ ਸਹੀ ਢੰਗ ਅਪਣਾਉਣਾ ਹੈ। ਜੇ ਸਹੀ ਕਾਰਨ ਪਤਾ ਜਾਣਨਾ ਹੈ ਤਾਂ ਸਾਨੂੰ ਕਿਸੇ ਵੀ ਲੈਬੋਰਟਰੀ ਦੇ ਵਿੱਚੋਂ ਪਸ਼ੂ ਦੇ ਗੋਹੇ ਦੀ ਜਾਂ ਖੂਨ ਦੀ ਜਾਂਚ ਕਰਾਉਣੀ ਪਊਗੀ। ਜੇਕਰ ਕੋਈ ਬੱਚਾ ਸਿੱਟਿਆ ਹੋਇਆ, ਬੱਚਾ ਸਿੱਟਣ ਦੇ ਵੀ ਕਈ ਕਾਰਨ ਹੋ ਸਕਦੇ ਆ, ਤਾਂ ਉਸ ਜਿਹੜੇ ਅਬੋਰਟਡ ਫੀਟਸ ਜਿਹੜਾ ਹੈਗਾ ਵਾ ਤੂਇਆ ਹੋਇਆ ਬੱਚਾ ਜਾਂ ਔਲ, ਉਹਦੇ ਕੁਝ ਨਮੂਨੇ ਲਿਜਾ ਕੇ ਤੁਸੀਂ ਜਿਹੜੇ ਹੈਗੇ ਆ ਯੂਨੀਵਰਸਿਟੀ ਦੁਆਰਾ ਜਾਂ ਇਹੋ ਜਿਹੀਆਂ ਆਪਣੀਆਂ ਲੈਬੋਰਟਰੀਆਂ ਦੇ ਵਿੱਚ ਕੰਮ ਕੀਤਾ ਜਾਂਦਾ ਹੈ। ਤੁਸੀਂ ਉਸ ਦਾ ਸਹੀ ਕਾਰਨ ਪਤਾ ਕਰਕੇ ਇਸ ਜਿਹੜੀਆਂ ਬਿਮਾਰੀਆਂ ਹੈਗੀਆਂ ਇਹਨਾਂ ਤੋਂ ਜਿਹੜਾ ਆਪਾਂ ਥੋੜ੍ਹਾ ਘਟਾ ਕਰ ਸਕਦੇ ਹਾਂ ਜਾਂ ਇਹਨਾਂ ਤੋਂ ਇਸੇ ਧੰਦੇ ਨੂੰ ਹੋਰ ਲਾਹੇਵੰਦ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਆਉਂਦਾ ਹੈਗਾ ਦਵਾਈਆਂ, ਚਾਹੇ ਉਹ ਚਿਚੜਾਂ ਨੂੰ ਮਾਰਨ ਵਾਲੀਆਂ ਦਵਾਈਆਂ ਨੇ, ਚਾਹੇ ਉਹ ਮਲੱਪਾਂ ਨੂੰ ਮਾਰਨ ਵਾਲੀਆਂ ਦਵਾਈਆਂ। ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਕਾਫੀ ਬੇਅਸਰ ਨੇ। ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਦਵਾਈਆਂ ਆ, ਸਾਡੇ ਕੋਲ ਹੋਰ ਕਈ ਤਰੀਕੇ ਨੇ। ਸੋ ਉਹਨਾਂ ਨੂੰ ਜੇਕਰ ਅਸੀਂ ਘਟਾਉਣਾ ਆ, ਦੇਖੋ ਖਤਮ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਘਟਾ ਸਕਦੇ ਹਾਂ। ਸੋ ਘਟਾਉਣ ਲਈ ਸਾਨੂੰ ਸੰਯੁਕਤ ਵਿਧੀਆਂ ਅਪਣਾਉਣੀਆਂ ਪੈਣਗੀਆਂ। ਉਹ ਸੰਯੁਕਤ ਵਿਧੀਆਂ ਕੀ ਨੇ, ਜਿਨ੍ਹਾਂ ਦੇ ਵਿੱਚ ਪਹਿਲਾ ਹੈ ਦਵਾਈ, ਦੂਜਾ ਹੈ ਸਾਫ਼ ਸਫਾਈ, ਤੀਜਾ ਹੈ ਕੋਈ ਹੋਰ ਘਰੇਲੂ ਨੁਸਖੇ। ਸੋ ਇਹਨਾਂ ਦਾ ਜਿਹੜਾ ਹੈਗਾ ਟੋਟਲ ਜੇ ਅਸੀਂ ਦੇਖਿਆ ਜਾਵੇ ਕਿ ਭੇਡਾਂ ਅਤੇ ਦੇ ਬਾਹਰੀ ਜਾਂ ਜਿਹੜੇ ਮੁੱਖ ਪਰਜੀਵੀ ਹੈ ਉਹਨਾਂ ਦਾ ਜਿਹੜਾ ਇਲਾਜ ਕਿੱਦਾਂ ਕਰਨਾ ਹੈ, ਉਹ ਇਲਾਜ ਸਹੀ ਪਛਾਣ ਤੋਂ ਹੀ ਹੋ ਸਕਦਾ ਹੈ। ਸਹੀ ਪਛਾਣ ਕਿੱਦਾਂ ਹੋ ਸਕਦੀ ਹੈ, ਜਦੋਂ ਤੁਸੀਂ ਪਸ਼ੂ ਦੇ ਗੋਹੇ ਦੀ, ਖੂਨ ਦੀ ਜਾਂਚ ਜਿਹੜੀ ਹੈਗੀ ਲੈਬੋਰਟਰੀ ਦੇ ਵਿੱਚੋਂ ਕਰਾਓਗੇ ਅਤੇ ਉਸ ਦੇ ਹਿਸਾਬ ਨਾਲ ਹੀ ਜੇਕਰ ਪਸ਼ੂ ਨੂੰ ਦਵਾਈ ਜਾਂ ਜਿਹੜਾ ਸਾਫ਼ ਸਫਾਈ ਰੱਖ ਰਖਾਵ ਜੋ ਵੀ ਵਿਧੀ ਕਿਸੇ ਵੀ ਪਰਟੀਕੂਲਰ ਜਾਂ ਜਿਹੜਾ ਖਾਸ ਜਿਹੜਾ ਪਰਜੀਵੀ ਆਪਾਂ ਨੂੰ ਮਿਲਦਾ ਹੈ ਉਸ ਦੇ ਲਈ ਦਿੱਤੀ ਜਾਵੇ।